ਵਿੱਚ ਬਾਣੀ ਅੰਮ੍ਰਿਤ ਸਾਰੇ, ਗੁਰਬਾਣੀ ਕਹਿ ਸੇਵਕ ਜਨ ਮਾਨੈ। ਪਰਤਖ ਗੁਰੂ ਨਿਸਤਾਰੇ, ਹਰ ਹਰ ਨਾਮ ਜਪੰਤਿਆਂ ਕਛ ਨ ਕਹਿ ਜਮ ਕਾਲ। ਨਾਨਕ ਮਨ ਤਨ ਸੁਖੀ ਹੋਏ, ਅੰਤੈ ਮਿਲੈ ਗੋਪਾਲ। ਬਾਰਹ ਮਾਹ ਮਾਝ ਮਹੱਲਾ ਪੰਜਵਾ, ਘਰ ਚੌਥਾ ਏਕ ਓੰਕਾਰ। ਸਤਿਗੁਰ ਪ੍ਰਸਾਦਿ, ਫਲ ਗੁਣ ਆਨੰਦ ਉਪਾਰ ਜਨਾ। ਹਰ ਸਜਨ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ। ਕਰ ਕਿਰਪਾ ਦੀਆ ਮਿਲਾਏ, ਫਲ ਗੁਣ ਆਨੰਦ ਉਪਾਰ ਜਨਾ। ਹਰ ਸਜਨ ਪ੍ਰਗਟਿ ਆਏ, ਸੰਤ ਸਹਾਈ ਰਾਮ ਕੇ। ਕਰ ਕਿਰਪਾ ਦੀਆ ਮਿਲਾਏ, ਸੇਜ ਸੁਹਾਵੀ ਸਰਬ ਸੁਖ। ਹੁਣ ਦੁਖਾਂ ਨਾਹੀ ਜਾਏ, ਇਛ ਪੁਨੀ ਵਡ ਭਾਗਣੀ। ਬਰ ਪਾਇਆ ਹਰ ਰਾਏ, ਮਿਲ ਸਈਆ ਮੰਗਲ ਗਾਵਹੀ। ਗੀਤ ਗੋਬਿੰਦ ਆਲਾਏ, ਹਰ ਜਿਹਾ ਅਵਰ ਨ ਦਿਸਈ। ਕੋਈ ਦੂਜਾ ਲਵੈ ਨ ਲਾਏ, ਹਲਤ ਪਲਤ ਸਵਾਰਿਉਣ। ਨਿਹਚਲ ਦਿੱਤੀਆਂ ਜਾਏ, ਸੰਸਾਰ ਸਾਗਰ ਤੇ ਰਖੀਆਂ। ਬਹੁੜ ਨ ਜਨਮੈ ਤਾਏ, ਜਿਹਵਾ ਏਕ ਅਨੇਕ ਗੁਣ। ਤਰੇ ਨਾਨਕ ਚਰਨੀ ਪਾਏ, ਫਲ ਗੁਣ ਨਿਤ ਸਲਾਹੀਐ। ਜਿਸਨੋ ਤਿਲ ਨਾ ਤੁਮਾਏ, ਜਿਨ ਜਿਨ ਨਾਮ ਧਿਆਇਆ। ਤਿਨ ਕੇ ਕਾਜ ਸਰੇ, ਹਰ ਗੁਰ ਪੂਰਾ ਆਰਾਧਿਆ। ਦਰਗਹਿ ਸਚ ਖਰੇ, ਸਰਬ ਸੁਖਾਂ ਨਿਧ ਚਰਨ ਹਰ। ਭਉ ਜਲ ਬਿਖਮ ਤਰੇ, ਪ੍ਰੇਮ ਭਗਤ ਤਿਨ ਪਾਈਆ। ਬਿਖਿਆ ਨਾਹਿ ਜਰੇ, ਕੂੜ ਗਏ ਦੁਬਦਾ ਨਸੀ। ਪੂਰਨ ਸਚ ਪਰੇ, ਪਾਰ ਬ੍ਰਹਮ ਪ੍ਰਭ ਸੇਵਦੇ। ਮਨ ਅੰਦਰ ਏਕ ਤਰੇ, ਮਹਾ ਦਿਵਸ ਮੂਰਤ ਪਲੇ। ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ। ਕਿਰਪਾ ਕਰੋ ਹਰੇ, ਮਹਾ ਦਿਵਸ ਮੂਰਤ ਪਲੇ। ਜਿਸ ਕਉ ਨਦਰ ਕਰੇ, ਨਾਨਕ ਮੰਗੈ ਦਰਸ ਦਾਨ। ਕਿਰਪਾ ਕਰੋ ਹਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਗੁਰੂ ਪਿਆਰੀ ਗੁਰੂ ਸਵਾਰੀ ਸਤ ਸੰਗਤ ਜੀਓ, ਆਪ ਜੀ ਵੱਡ ਭਾਗੀ ਹੋ। ਬਾਲਾ ਪ੍ਰੀਤਮ ਅੱਠਵੇਂ ਪਾਤਸ਼ਾਹ ਧੰਨ ਧੰਨ ਸਾਹਿਬ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਪਾਤਸ਼ਾਹ ਮਹਾਰਾਜ ਜੀਆਂ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ
ਸ੍ਰੀ ਬੰਗਲਾ ਸਾਹਿਬ ਜੀ ਵਿਖੇ ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਈਮਾਨ ਹੋ ਕੇ ਅੰਮ੍ਰਿਤ ਵੇਲੇ ਦੇ ਦੀਵਾਨ ਦੀਆਂ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਨੂੰ ਸਫਲਾ ਬਣਾ ਰਹੇ ਸੀ। ਸੰਬੰਧਿਤ ਸ਼ਬਦ ਆਪ ਜੀਆਂ ਨੇ ਸਰਵਣ ਕੀਤਾ ਹੈ। ਆਓ ਇਸ ਸ਼ਬਦ ਦੀ ਵਿਆਖਿਆ ਵਿਚਾਰ ਸਰਵਣ ਕਰੀਏ। ਵਿਆਖਿਆ ਵਿਚਾਰ ਸਰਵਣ ਕਰਾ ਰਹੇ ਨੇ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਰਣਜੀਤ ਸਿੰਘ ਜੀ, ਹੈਡ ਗ੍ਰੰਥੀ ਸਾਹਿਬਾਨ ਗੁਰਦੁਆਰਾ ਬੰਗਲਾ ਸਾਹਿਬ। ਆਓ ਮਨ ਬਿਰਤੀਆ ਇਕਾਗਰ ਕਰਕੇ ਗੁਰ ਸ਼ਬਦ ਵਿਚਾਰ ਦੇ ਨਾਲ ਜੁੜਨਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਸ਼ੁਮਾਰ ਅਥਾ ਅਗਨਤ ਅਤੁਲ ਜਿਉ ਬੁਲਾਵੋ ਤਿਉ ਨਾਨਕ ਦਾਸ ਬੋਲੇ। ਗੁਰੂ ਸਵਾਰੇ ਖਾਲਸਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ ਜੋ 8ਵੇਂ ਪਾਤਸ਼ਾਹ ਬਾਲਾ ਪ੍ਰੀਤਮ ਸਤਿਗੁਰੂ ਜਿਸ ਡਿਠੈ ਸਭ ਦੁੱਖ ਜਾਏ, ਇਹਨਾਂ ਅਜਮਤਾਂ ਵਡਿਆਈਆਂ ਦੇ ਮਾਲਕ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਅਸਥਾਨ ਗੁਰਦੁਆਰਾ ਬੰਗਲਾ ਸਾਹਿਬ ਜੀ ਦੀ ਯਾਤਰਾ ਕਰਦੇ ਹਾਂ। ਜੁਗੋ ਜੁਗ ਅਟਲ ਛਤਰ ਚਵਰ ਤਖਤ ਦੇ ਮਾਲਕ ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਨੂੰ ਸਫਲਾ ਕਰ ਰਹੇ ਹੋ। ਹੁਣ ਸਮਾਂ ਹੈ ਗੁਰੂ ਦਰਬਾਰ ਦੇ ਨਿਯਮ ਅਨੁਸਾਰ ਗੁਰੂ ਇਤਿਹਾਸ ਦੀ ਚੱਲ ਰਹੀ ਲੜੀਵਾਰ ਕਥਾ ਦਾ ਆਪਣੀਆਂ ਮਨ ਬਿਰਤੀਆਂ ਇਕਾਗਰ ਕਰੋ। ਰਸਨਾ ਪਵਿੱਤਰ ਕਰਦੇ ਇੱਕ ਵਾਰ ਸਾਰੇ ਉਚਾਰਨ ਕਰੋ ਜੀ। ਸਤਨਾਮ ਵਾਹਿਗੁਰੂ ਜੀ। ਇਹ ਪਾਵਨ ਸ਼ਬਦ ਜੋ ਆਪ ਜੀ ਨੇ ਗੁਰੂ ਕੇ ਵਜ਼ੀਰ ਭਾਈ ਅਮਰੀਕ ਸਿੰਘ ਜੀ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਅੱਜ ਜੋ ਫਲਗੁਣ ਦਾ ਮਹੀਨਾ ਆਰੰਭ ਹੋਇਆ ਹੈ, ਇਸ ਮਹੀਨੇ ਦੇ ਪਰਥਾਏ ਪੰਜਵੇਂ ਪਾਤਸ਼ਾਹ ਸ਼ਹੀਦਾਂ ਦੇ ਸਿਰਤਾਜ, ਬਾਣੀ ਦੇ ਬੋਹਿਤ, ਸ਼ਾਂਤੀ ਦੇ ਪੁੰਜ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਪਿਤਾ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ ਮਾਂਝ ਰਾਗ ਵਿੱਚ 12 ਮਾਹਾ ਬਾਣੀ ਦੇ ਵਿੱਚ ਦਰਜ ਹੈ। ਗੁਰੂ ਨੇ ਸਾਡੇ ਤੇ ਬੜੀ ਕਿਰਪਾ ਕੀਤੀ ਹੈ। ਸਤਿਗੁਰੂ ਜੀ ਨੇ ਹਰ ਢੰਗ ਤਰੀਕਾ ਜੁਗਤੀ ਜੋ ਧਰਮ ਦੇ ਵਿੱਚ ਪ੍ਰਵਾਨ ਹੋ ਸਕਦੀ ਸੀ,
ਉਹਨਾਂ ਨੂੰ ਆਪਣੇ ਘਰ ਵਿੱਚ ਪ੍ਰਵਾਨ ਕਰਕੇ ਪ੍ਰਥਾਏ ਸਾਖੀ ਸਾਨੂੰ ਧਰਮ ਦ੍ਰਿੜ ਕਰਾਏ। ਗੁਰੂ ਦਾ ਅਰਥ ਹੀ ਇਹ ਬਣਦਾ ਹੈ। ਅਸੀਂ ਆਪਣੀ ਬੁੱਧੀ ਦੇ ਮੁਤਾਬਕ ਆਪ ਆਪਣੀ ਬੁੱਧ ਹੈ ਜੇਤੀ ਵਰਨਤ ਭਿੰਨ ਭਿੰਨ ਤੋਹੇ ਤੇਤੀ। ਗੁਰੂਆਂ ਨੂੰ, ਗੁਰਬਾਣੀ ਨੂੰ, ਗੁਰੂ ਘਰਾਂ ਨੂੰ ਵਰਣਨ ਕੀਤਾ ਹੈ। ਅੱਜ ਵੀ ਤੁਸੀਂ ਵੇਖੋਗੇ ਆਮ ਲੋਕਾਂ ਦੇ ਵਿੱਚ ਇਹੀ ਹੈ ਕਿ ਗੁਰਦੁਆਰਿਆਂ ਵਿੱਚ ਲੰਗਰ ਮਿਲਦਾ ਹੈ, ਸਰਾਵਾਂ ਨੇ, ਮੰਜੇ ਬਿਸਤਰੇ ਕਮਰੇ ਮਿਲਦੇ ਨੇ। ਗੁਰਦੁਆਰਿਆਂ ਨਾਲ ਸੰਬੰਧਿਤ ਸਕੂਲ ਹੁੰਦੇ ਨੇ, ਹਸਪੀਟਲ ਹੁੰਦੇ ਨੇ। ਜਿੰਨੀ ਜਿੰਨੀ ਕਿਸੇ ਦੀ ਜਾਣਕਾਰੀ ਹੈ, ਔਰ ਕਈ ਸਿੰਘ ਸਭਾਵਾਂ ਵਿੱਚ ਪ੍ਰਬੰਧਕ ਸੱਜਣ ਉੱਠ ਕੇ ਦੱਸਦੇ ਵੀ ਨੇ ਵੀ ਸਾਡੇ ਗੁਰਦੁਆਰੇ ਵਿੱਚ 100 ਬਾਲਟੀ ਹੈ, 2000 ਥਾਲੀ ਹੈ, ਗਲਾਸ ਨੇ, ਚਮਚੇ ਨੇ। ਉਹ ਪੂਰਾ ਟੈਂਟ ਦਾ ਸਮਾਨ ਦੱਸਦੇ ਨੇ ਵੀ ਇੰਨੇ ਬਿਸਤਰੇ ਵੀ ਨੇ ਸਾਡੇ ਕੋਲ, ਇੰਨੇ ਮੰਜੇ ਵੀ ਨੇ, ਗੱਦੇ ਵੀ ਹੈਗੇ ਨੇ ਸਾਡੇ ਕੋਲ। ਹੁਣ ਇਹ ਸਾਰਾ ਕੁਝ ਕੀ ਹੈ? ਗੁਰੂ ਸਾਹਿਬ ਦਾ ਸੰਸਾਰ ਤੇ ਆਉਣਾ ਸਾਨੂੰ ਜੀਵਾਂ ਨੂੰ ਧਰਮ ਦੇਣਾ ਸੀ। ਧਰਮ ਸਾਡੇ ਜੀਵਨ ਵਿੱਚ ਪਰਪੱਕ ਹੋ ਜਾਏ, ਉਹਦੇ ਵਾਸਤੇ ਸਾਨੂੰ ਧਰਮ ਸਥਾਨ ਦਿੱਤੇ, ਧਾਰਮਿਕ ਮਰਿਆਦਾ ਦਿੱਤੀਆਂ, ਔਰ ਅਸੀਂ ਧਰਮੀ ਬਣ ਕੇ ਜੀਵੀਏ। ਉਹਦੇ ਵਾਸਤੇ ਸਤਿਗੁਰੂ ਜੀ ਨੇ ਖੁਦ ਆਪ 239 ਸਾਲ ਹੁਣ 239 ਸਾਲਾਂ ਨੂੰ 12 ਨਾਲ ਗੁਣਾ ਕਰ ਲਓ ਤੇ ਮਹੀਨੇ ਬਣ ਜਾਣਗੇ। 365 ਨਾਲ ਗੁਣਾ ਕਰ ਲਓ ਤੇ ਦਿਨ ਬਣ ਜਾਣਗੇ। ਇੰਨੇ ਦਿਨ, ਇੰਨੇ ਮਹੀਨੇ, ਇੰਨੇ ਸਾਲ ਸਤਿਗੁਰਾਂ ਨੇ ਖੁਦ ਆਪ ਹਜਾਤੀ ਵਿੱਚ ਰਹਿ ਕੇ ਸਾਡੇ ਨਾਲ ਰਹਿ ਕੇ ਸਾਨੂੰ ਆਪਣੇ ਕੋਲ ਰੱਖ ਕੇ ਸਤਿਗੁਰੂ ਜੀ ਨੇ ਸਾਨੂੰ ਇਹ ਪੰਥ ਬਖਸ਼ਿਆ ਸੀ। ਔਰ ਮੈਂ ਹਮੇਸ਼ਾ ਬੇਨਤੀ ਕਰਦਾ ਕਿ ਦੁਨੀਆ ਦਾ ਲੇਟੈਸਟ ਧਰਮ ਹੈ ਸਿੱਖ ਧਰਮ। ਜੇ ਆਪਾਂ ਕਹੀਏ ਵੀ ਇਸ ਤੋਂ ਬਾਅਦ ਕੋਈ ਹੋਰ ਨਵਾਂ ਧਰਮ ਧਰਤੀ ਤੇ ਆਇਆ ਤੇ ਕੋਈ ਨਹੀਂ ਆਇਆ। ਔਰ ਇਹ ਦੁਨੀਆ ਦਾ ਸਭ ਤੋਂ ਵੱਧ ਸਾਇੰਟੀਫਿਕ ਧਰਮ ਹੈ। ਅੱਜ ਕਈ ਵਾਰੀ ਨੀਮ ਹਕੀਮ ਲੋਕ ਸਾਡੇ ਵਿੱਚ ਪੈਦਾ ਹੋ ਗਏ ਨੇ। ਥੋੜੀ ਜੀ ਸਾਇੰਸ ਪੜ੍ਹ ਲਈ, ਥੋੜਾ ਜਿਹਾ ਵਿਗਿਆਨ ਪੜ੍ਹ ਲਿਆ, ਥੋੜਾ ਜਿਹਾ ਗਿਆਨ ਆ ਗਿਆ। ਨਹੀਂ ਜੀ, ਇਹ ਗੱਲਾਂ ਤੇ ਵਿਗਿਆਨ ਨਹੀਂ ਮੰਨਦਾ। ਪੁੱਛੋ ਵਿਗਿਆਨ ਦੇ ਵਿੱਚ ਕਿਹੜੀ ਤੁਸੀਂ ਕੋਈ ਪੜ੍ਹਾਈ ਕੀਤੀ ਹੈ ਜਿੱਥੇ ਰੱਬ ਦੇ ਬਾਰੇ ਤੁਹਾਨੂੰ ਪੜ੍ਹਾਇਆ ਗਿਆ ਹੋਵੇ? ਧਰਮ ਦਾ, ਗਿਆਨ ਦਾ, ਧਰਮ ਦਾ, ਵਿਗਿਆਨ ਦਾ, ਧਰਮ ਦਾ, ਸਾਇੰਸ ਦਾ ਕੋਈ ਝਗੜਾ ਹੀ ਨਹੀਂ ਹੈ। ਝਗੜਾ ਕਿਵੇਂ ਨਹੀਂ ਹੈ? ਕਿਉਂਕਿ ਦੋਵਾਂ ਦੇ ਵਿੱਚ ਫਰਕ ਬਹੁਤ ਹੈ, ਬਹੁਤ ਅੰਤਰ ਹੈ। ਸਾਇੰਸ, ਗਿਆਨ, ਵਿਗਿਆਨ ਕੋਈ ਵੀ ਖੋਜ ਕਰੇਗਾ ਉਹਨੂੰ ਧਰਮ ਅਸੈਪਟ ਕਰ ਲਵੇਗਾ, ਕਿਉਂਕਿ ਉਹ ਰੱਬ ਦੀ ਕੁਦਰਤ ਦੀ ਖੋਜ ਕੀਤੀ ਜਾ ਰਹੀ ਹੈ। ਜੋ ਵੀ ਸਰਚ ਹੋ ਰਹੀ ਹੈ ਉਹ
ਕਰਤੇ ਦੀ ਕੁਦਰਤ ਦੀ ਹੋ ਰਹੀ ਹੈ। ਤੇ ਉਸ ਖੋਜ ਤੋਂ ਬਾਅਦ ਪਤਾ ਲੱਗਦਾ ਹੈ ਵੀ ਇਸ ਕੁਦਰਤ ਦਾ ਜਿਹੜਾ ਕਰਤਾ ਹੈ, ਕਾਦਰ ਹੈ, ਉਹ ਬਹੁਤ ਮਹਾਨ ਹੈ, ਉਹ ਬਹੁਤ ਵੱਡਾ ਹੈ। ਸ਼ਾਮ ਨੂੰ ਇਸ ਅਸਥਾਨ ਤੇ ਰੋਜ਼ ਕਥਾ ਹੁੰਦੀ ਹੈ। ਹੁਣ ਸਮਾਂ ਬਦਲਣਾ ਸ਼ੁਰੂ ਹੋ ਗਿਆ। ਅਮੂਮਨ 8 ਮਹੀਨੇ ਟਾਈਮ ਫਿਕਸ ਰਹਿੰਦਾ ਹੈ। ਸਰਦੀਆਂ ਵਿੱਚ 7:30 ਤੋਂ 8:30, ਗਰਮੀਆਂ 'ਚ 8:30 ਤੋਂ 9:30। ਬਾਕੀ ਵਕਤ ਬਦਲਦਾ ਰਹਿੰਦਾ ਹੈ, 15-15 ਮਿੰਟ। ਹੁਣ ਉਸ ਕਥਾ ਨੂੰ ਸੁਣਨ ਤੋਂ ਬਾਅਦ ਪਤਾ ਲੱਗਦਾ ਵੀ ਗੁਰੂ ਨਾਨਕ ਸਾਹਿਬ ਕਿੱਡੇ ਵੱਡੇ ਸਨ। ਉਹਨਾਂ ਨੇ ਕਿੰਨਾ ਧਰਤੀ ਦਾ ਭਰਮਣ ਕੀਤਾ। ਕਿ ਉਹਨਾਂ ਨੂੰ ਦੁਨੀਆ ਦੀਆਂ ਇੰਨੀਆਂ ਭਾਸ਼ਾਵਾਂ ਆਉਂਦੀਆਂ ਸੀ, ਇੰਨੀਆਂ ਲੈਂਗੁਏਜ ਆਉਂਦੀਆਂ ਸੀ। ਜਾਂ ਕੀ ਉਹਨਾਂ ਦੇ ਨਾਲ ਕੋਈ ਦੋਭਾਸ਼ੀਆ ਚੱਲਦਾ ਹੁੰਦਾ ਸੀ, ਕੋਈ ਇੰਟਰਪ੍ਰੇਟਰ ਹੁੰਦਾ ਸੀ ਉਹਨਾਂ ਦੇ ਨਾਲ, ਜਿਹੜਾ ਉੱਥੋਂ ਦੇ ਲੋਕਾਂ ਦੇ ਨਾਲ ਉਹਨਾਂ ਦੀ ਵਾਰਤਾਲਾਪ ਕਰਾਉਂਦਾ ਸੀ, ਜਾਂ ਸਤਿਗੁਰੂ ਖੁਦ ਕਰਦੇ ਸਨ। ਦੇਖੋ ਅੱਜ ਦੁਨੀਆ ਲੱਗੀ ਹੋਈ ਹੈ ਵੀ ਤੁਹਾਡੇ ਗੁਰੂ ਨਾਨਕ ਦੀ ਇੱਕ ਮੂਰਤੀ ਬਣਾ ਦਿੱਤੀ ਜਾਏ ਤੇ ਮੂਰਤੀ ਸਥਾਪਿਤ ਕਰ ਦਿੱਤੀ ਜਾਏ, ਤੇ ਤੁਸੀਂ ਇਸ ਗੱਲ ਤੇ ਦ੍ਰਿੜ ਰਹਿਣਾ ਕਿ ਗੁਰ ਮੂਰਤ ਗੁਰ ਸ਼ਬਦ ਹੈ। ਗੁਰੂ ਦੀ ਜਿਹੜੀ ਤਸਵੀਰ ਹੈ ਉਹ ਗੁਰਬਾਣੀ ਹੈ। ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ 5 ਭੂਤਕ ਸਰੀਰ ਦੀ ਮਹਾਨਤਾ ਨੂੰ ਕਿਤੇ ਵੀ ਨਾ ਦ੍ਰਿੜ ਕੀਤਾ, ਨਾ ਕਰਾਇਆ, ਨਾ ਮੰਨਿਆ। ਇਹ ਦੇਹ ਅਨਿਤ ਨਾ ਨਿਤ ਰਹਿ, ਇਹ ਸਾਨੂੰ ਪਾਠ ਰੋਜ਼ ਪੜ੍ਹਾਇਆ ਜਾਂਦਾ ਹੈ। ਵੇਖੋ ਨਾ, ਅੱਜ ਕੋਈ ਮੇਰੇ ਵਰਗਾ ਕਵੇ ਕਿ ਮਹਾਰਾਜ ਮੈਨੂੰ ਰੱਖ ਲਓ, ਤੇ ਮਹਾਰਾਜ ਕਹਿਣਗੇ ਵੀ ਮੈਂ ਤੇ ਖੁਦ ਨਹੀਂ ਰਿਹਾ। ਸਤਿਗੁਰਾਂ ਦਾ ਆਪਣਾ ਜੋਤੀ ਜੋਤ ਸਮਾਉਣਾ, ਜਾਂ ਆਪਣੀਆਂ ਸ਼ਹਾਦਤਾਂ, ਜਾਂ ਆਪਣਾ ਪਰਲੋਕ ਗਮਨ ਕਰਨਾ, ਇਹ ਇਸ ਗੱਲ ਦਾ ਸਭ ਤੋਂ ਵੱਡਾ ਮੀਲ ਪੱਥਰ ਹੈ ਕਿ ਬੰਦਿਆ ਤੂੰ ਕਿਵੇਂ ਰਹਿ ਸਕਦਾ ਜਿਸ ਇਸ਼ਟ ਨੂੰ ਤੂੰ ਮੰਨਦਾ। ਉਹਨਾਂ ਨੇ ਤੇ ਆਪ ਇਸ ਗੱਲ ਨੂੰ ਸਾਬਤ ਕੀਤਾ ਵੀ ਇਹ ਅਸਾਰ ਹੈ। ਇਹ ਜਿਹੜਾ ਦੁਨੀਆ ਦਾ ਮੁਕਾਮ ਹੈ ਇਹ ਫਾਨੀ ਹੈ। ਇਹ ਸਦੀਵ ਨਹੀਂ ਹੈ। ਤੋ ਸਤਿਗੁਰੂ ਜੀ ਨੇ ਸਾਡੇ ਤੇ ਬੜੀ ਕਿਰਪਾ ਕੀਤੀ। ਸਤਿਗੁਰੂ ਪੁਕਾਰ ਸੁਣ ਕੇ ਆਏ ਸੀ, ਤੇ ਪੁਕਾਰੇ ਤੇ ਹੈ ਨਹੀਂ ਸੀ ਵੀ ਲੋਕਾਂ ਦੇ ਪਾਸਪੋਰਟ ਨਹੀਂ ਬਣਦੇ, ਵੀਜ਼ੇ ਨਹੀਂ ਲੱਗਦੇ, ਲੋਕਾਂ ਨੂੰ ਜੋਬਾਂ ਨਹੀਂ ਮਿਲਦੀਆਂ, ਲੋਕਾਂ ਦੀਆਂ ਇੰਕਰੀਮੈਂਟਾਂ ਫਸੀਆਂ ਹੋਈਆਂ ਨੇ, ਮਹਾਰਾਜ ਛੇਤੀ ਛੇਤੀ ਜਾਓ ਥੱਲੇ, ਲੋਕਾਂ ਦੀਆਂ ਗਾਵਾਂ ਮੱਝਾਂ ਦੁੱਧ ਨਹੀਂ ਦਿੰਦੀਆਂ, ਉਹਨਾਂ ਨੂੰ ਆਟੇ ਪੇੜੇ ਚਾਹੀਦੇ ਨੇ ਫੂਕਾਂ ਮਾਰ ਕੇ, ਕੋਈ ਸਵਾਹ ਦੀਆਂ ਪੁੜੀਆਂ ਦਿਓ, ਲੋਕਾਂ ਦੇ ਕਾਕੇ ਰਾਤ ਨੂੰ ਰੋਂਦੇ ਨੇ ਉੱਥੇ। ਜਿਹੜੀ ਧਰਤੀ ਦੇ ਜੀਵਾਂ ਨੇ ਪੁਕਾਰ ਕੀਤੀ ਸੀ ਉਹ ਪਰਮੇਸ਼ਰ ਨੇ ਸੁਣੀ ਸੀ। ਪਰਮੇਸ਼ਰ ਤੁਰਠਿਆ। ਹੁਣ ਜਦੋਂ ਸ਼ਾਮ ਨੂੰ ਕਥਾ ਕਰੀਦੀ ਤੁਸੀਂ ਹੈਰਾਨ ਹੋਣਾ, ਕਈ ਵਾਰੀ ਖੁਦ ਆਪਣਾ ਮਨ ਵਿਸਮਾਦ ਵਿੱਚ ਚਲੇ ਜਾਂਦਾ ਵੀ ਸੱਚੇ ਪਾਤਸ਼ਾਹ ਗੱਲ ਤੇ ਠੀਕ ਹੈ ਵੀ ਤੂੰ ਸੁਲਤਾਨ ਕਹਾਂ ਹੋ ਮੀਆਂ, ਤੂੰ ਏਡਾ ਵੱਡਾ ਰਾਜਾ ਸੀ, ਤਾਂ ਅਸੀਂ ਤੈਨੂੰ ਛੋਟਾ ਜਿਹਾ ਇੱਕ ਮੁਨਸ਼ੀ ਕਰਕੇ ਬੋਲਦੇ ਰਹੇ, ਸਮਝਦੇ ਰਹੇ। ਅੱਜ ਵੀ ਸਮਝੀ ਜਾਂਦੇ ਅਸੀਂ। ਮੈਂ ਫਿਰ ਬੇਨਤੀ ਕਰਨੀ ਚਾਹੁੰਦਾ, ਸਾਡੇ ਵਾਸਤੇ ਗੁਰੂ ਨਾਨਕ ਬਿਲਕੁਲ ਛੋਟਾ ਜਿਹਾ ਹੈ, ਜਿਹੜਾ ਮੇਰੇ ਗਲੇ ਦੀ ਚੈਨੀ ਦੇ ਲੌਕਟ ਵਿੱਚ ਹੈ। ਏਡਾ ਕੀ ਹੈ ਬਸ। ਕਿਸੇ ਲਈ ਥੋੜਾ ਜਿਹਾ ਵੱਡਾ ਗੁਰੂ ਨਾਨਕ ਹੈ,
क्योंकि उन्हें घर दे विच मूर्ति बना के लाया होया है। किसी के घर विच थोड़ा जिहा गुरु नानक होर वड्डा है, क्योंकि उन्हें कंध के उत्ते महाराज की कोई फोटो बना के लाई हुई है। नहीं, गुरु नानक एडा वड्डा नहीं है। गुरु नानक नूं जे वड्डा पुछना है तो गुरु अर्जन साहब नूं पुछना पेगा, जिहड़े कहंदे ने सब ते वड्डा सतगुरु नानक। सब ते वड्डे दा अर्थ है भी दुनिया दे पीरां फकीरां तो, अवतारां तो, पैगंबरां तो, ऋषियां मुनियां तो। इस शाम वाली कथा सुन के तो वेखो तुसी, रात दी कथा है। कि सिलीगार पहाड़ तो जदों सतगुरु अगे गए, सिलीगार पहाड़ दे उत्ते कोई जीव जंतु नहीं सी, कोई पशु पक्षी नहीं सी, ना पानी सी, ना वनस्पति सी, कुछ नहीं सी। अगे आए तो पानी दे चश्मे भी सन, झरने भी सन, सुंदर बाग भी सन, बड़े सुंदर फुल फल, उन्हां दे उत्ते टहकदे भौरे भी सन। हुण एक कुदरत आपस विच किन्नी जुड़ी हुई है। जिवें साडा शरीर 5 तत्तां तो बनिया है ना, जदों एक तत्त डिस्टर्ब हुंदा है शरीर पूरा डिस्टर्ब हो जाता है। ये अग्नि तो बने है, जदों तुहाडा टैंपरेचर अगे पिछे होना शुरू हो गया, वेख लो की बनता है। ये पानी तो बने है, जो पानी घटना शुरू हो गया वेख लो तुसी की बनता है शरीर का। ये हवा तो बने है, करोने ने दस दिता है भी जे ऑक्सीजन घटे वधे तो की हुंदा है। एक तत्त, ये 5 तत्तां तो बने है। मैनू तो जिस दिन एक बागबानी करने वाले ने समझाया सी ना, देखो समझना चाहो जिंदगी च बहुत कुछ समझा जा सकता है। छोटे हुंदियां सुनते हुंदे सी भी पुत्र जे कुछ सीखना होवे तो बच्चे तो भी सीखिया जा सकता है। कदे अपने बच्चों को अज तो बाद तवज्जो दिओ, जे वेखो तुहानूं किन्नियां गल्लां सिखाउंदे ने। पर जिन्हां नहीं सीखना वो बजुर्गों तो भी नहीं सीखते। विद्वान इस तो अगली गल कहंदे ने, कहंदे भाई सियाणा मूर्ख तो भी सीख लैंदा है। सियाणा मूर्ख तो भी सीख लैंदा है, पर जिहड़ा मूर्ख है, कौन है भला मूर्ख? जिहड़ा सियाणे तो भी कुछ नहीं सीख सकता। जिहड़ा सियाणे तो कुछ ना सीख सके वो मूर्ख है। जिहड़ा मूर्ख तो भी कुछ सीख लवे वो सियाणा है। सियाणे का अर्थ ये नहीं भी उदा ही टाई ला के अपने आप को कही जाओ जी मैं बहुत इंटैलीजेंट हाँ, ये सियाणा नहीं है। वो तो विद्या का हंकार है, थानू होर कुछ भी नहीं है। क्योंकि विद्या का तुहाडे जीवन में स्थान यह सी कि विद्या विचारी तां परोपकारी। अगर तुसीं इहनूं परोपकार वास्ते वरत लिया तो मुबारक है, तो जे हंकार का एक बायस बन के रह गई तो यह तुहाडा नुकसान भी कर सकती है। भाई मरदाना जी ने फल खाधे, एक गल पूछी, बाबा इत्थे कोई रहिंदा भी है कि ये फल इस तरह ही खराब हो जाते ने? देखो मैनू भी पहली बारी समझ आई है गल, और ये बहुत वधिया एक फार्मूला है। तुसी अपनी जिंदगी च अपने कोल रख लो, जिहड़ा मर्जी सवाल इहदे नाल कढ लेना तुसी। सतगुरु कहंदे मरदानिया, जे इत्थे कोई ना रहिंदा हुंदा ते रब ने पानी काहदे लई पैदा करना सी? ये फुल ये फल काहदे लई पैदा करने सी?
ਜਿੱਥੇ ਫੁੱਲ ਫਲ ਹੋਣਗੇ ਉੱਥੇ ਭੌਰੇ ਵੀ ਹੋਣਗੇ। ਕਿਉਂਕਿ ਜਿੰਨਾ ਚਿਰ ਇਹ ਮਧੂ ਮੱਖੀਆਂ ਜਾਂ ਭੌਰੇ ਇਹ ਇੱਕ ਫੁੱਲ ਤੋਂ ਦੂਜੇ ਫੁੱਲ ਤੇ ਨਹੀਂ ਜਾਂਦੇ, ਉਹਨਾਂ ਦੇ ਮਕਰੰਦ ਵਿੱਚੋਂ ਉਹ ਨਰ ਮਦੀਨ ਦਾ ਆਪਸ ਵਿੱਚ ਮੇਲ ਨਹੀਂ ਕਰਾਉਂਦੇ, ਕਦੇ ਵੀ ਫਲ ਨਹੀਂ ਬਣਦੇ। ਕੁਦਰਤ ਨੂੰ ਸਮਝਣ ਦੀ ਲੋੜ ਹੈ। ਆਖਿਆ ਮਰਦਾਨਿਆ, ਜੇ ਇੱਥੇ ਕੋਈ ਨਾ ਹੁੰਦਾ ਤੇ ਰੱਬ ਨੇ ਫਲ ਪੈਦਾ ਹੀ ਨਹੀਂ ਸੀ ਕਰਨੇ, ਫੁੱਲ ਪੈਦਾ ਹੀ ਨਹੀਂ ਸੀ ਕਰਨੇ, ਪਾਣੀ ਪੈਦਾ ਹੀ ਨਹੀਂ ਸੀ ਕਰਨਾ। ਤੇ ਮੈਨੂੰ ਕਥਾ ਕਰਦਿਆਂ ਯਾਦ ਆਇਆ ਵੀ ਜਦੋਂ ਲੋਕ ਚੰਦਰਮਾ ਤੇ ਜਾਂਦੇ ਨੇ, ਪਤਾ ਲੱਗੇ ਉਹ ਪਾਣੀ ਲੱਭਦੇ ਨੇ, ਉੱਥੇ ਬੰਦੇ ਨਹੀਂ ਲੱਭਦੇ ਜਾ ਕੇ ਵੀ ਇੱਥੇ ਬੰਦੇ ਕਿੱਥੇ ਰਹਿੰਦੇ ਨੇ ਜੀ, ਇੱਥੇ ਮਾਰਕੀਟਾਂ ਕਿੱਥੇ ਨੇ ਜੀ, ਇੱਥੇ ATM ਕਿੱਥੇ ਲੱਗੇ ਨੇ, ਬੈਂਕਾਂ ਕਿੱਥੇ ਨੇ, ਸ਼ਾਪਿੰਗ ਸੈਂਟਰ ਕਿੱਥੇ ਬਣੇ ਨੇ, ਨਾ ਉਹ ਸਿਰਫ ਪਾਣੀ ਲੱਭਦੇ ਨੇ। ਹੁਣ ਉਹ ਸਾਇੰਸ ਦਾ ਖੋਜ ਦਾ ਇੱਕ ਅਲੱਗ ਪੱਖ ਹੈ, ਪਰ ਜਿਹੜੀ ਮੈਂ ਪਰਸੋਂ ਕਥਾ ਸੁਣੀ ਤੇ ਖੁਦ ਪੜ੍ਹੀ ਤੇ ਸੰਗਤ ਨੂੰ ਸੁਣਾਈ, ਮੈਨੂੰ ਇੱਕ ਗੱਲ ਸਮਝ ਆ ਗਈ ਕਿ ਜੇ ਪਾਣੀ ਹੋਏਗਾ ਤੇ ਉੱਥੇ ਪਾਣੀ ਪੀਣ ਵਾਲਾ ਜ਼ਰੂਰ ਹੋਏਗਾ। ਕੋਈ ਚੀਜ਼ ਪਰਮਾਤਮਾ ਨੇ ਵਿਅਰਥ ਪੈਦਾ ਨਹੀਂ ਕੀਤੀ। ਜਿਹਨੂੰ ਤੁਸੀਂ ਵੇਸਟੇਜ ਕਹਿੰਦੇ ਹੋ, ਰੱਬ ਦੀ ਨਜ਼ਰ ਵਿੱਚ ਉਹ ਵੇਸਟੇਜ ਨਹੀਂ ਹੈ। ਜਿਹਨੂੰ ਤੁਸੀਂ ਮਾੜਾ ਕਹਿੰਦੇ ਹੋ, ਰੱਬ ਦੀ ਨਜ਼ਰ ਵਿੱਚ ਮਾੜਾ ਨਹੀਂ ਹੈ। ਜਿਹਨੂੰ ਤੁਸੀਂ ਨਿਕੰਮਾ ਕਹਿੰਦੇ ਹੋ, ਰੱਬ ਦੇ ਘਰ ਵਿੱਚ ਉਹ ਨਿਕੰਮਾ ਨਹੀਂ ਹੈ। ਮੈਂ ਤਾਂ ਬਹੁਤ ਵਾਰੀ ਬੇਨਤੀ ਕੀਤੀ ਵੀ ਜੇ ਡੱਡੂ ਨਾ ਹੁੰਦੇ ਤੇ ਡਾਕਟਰ ਵੀ ਨਹੀਂ ਸੀ ਹੋਣੇ। ਸਾਰੇ ਡਾਕਟਰ ਡੱਡੂਆਂ ਨੇ ਬਣਾਏ ਨੇ। ਆ ਹੁਣ ਵੀ ਜਿਹੜਾ ਕਰੋਨਾ ਦਾ ਜਿਹੜਾ ਉਹ ਵੈਕਸੀਨ ਆਈ ਹੈ, ਹਰ ਬੰਦਾ ਇੱਕ ਦੂਜੇ ਨੂੰ ਪੁੱਛੀ ਜਾਂਦਾ ਇਹਦਾ ਕੋਈ ਸਾਈਡ ਇਫੈਕਟ ਹੈ ਵੀ ਹੈਗਾ ਜੀ, ਵੀ ਕਿਉਂ ਨਹੀਂ ਹੋਏਗਾ। ਆਖਰੀ ਬੰਦਿਆਂ ਤੇ, ਜਾਨਵਰਾਂ ਤੇ, ਪੰਛੀਆਂ ਤੇ 1 ਸਾਲ ਐਕਸਪੈਰੀਮੈਂਟ ਹੋਏ ਨੇ। ਹੁਣ ਇਹ ਬੰਦਿਆਂ ਨੂੰ ਲੱਗਣੀ ਸ਼ੁਰੂ ਹੋ ਗਈ। ਹੁਣ ਕੀ ਸਾਰਿਆਂ ਦੀ ਬੰਦਿਆਂ ਦੀ ਬੋਡੀ ਇੱਕ ਵਰਗੀ ਹੈ? ਕਿਸੇ ਦਾ BP ਹਾਈ ਹੈ, ਕਿਸੇ ਦੀ ਸ਼ੂਗਰ ਲੋ ਹੈ, ਕਿਸੇ ਨੂੰ ਅਲਰਜੀ ਹੈ, ਕਿਸੇ ਨੂੰ ਕੁਝ ਹੈ, ਕਿਸੇ ਨੂੰ ਕੁਝ ਹੈ। ਤਾਂ ਉਹ ਇੰਜੈਕਸ਼ਨ ਜਦੋਂ ਸਰੀਰ ਵਿੱਚ ਜਾਏਗਾ ਤੇ ਤੁਹਾਡਾ ਤੇ ਮੇਰਾ ਸਰੀਰ ਇੱਕ ਵਰਗਾ ਤਾਂ ਨਹੀਂ ਹੈਗਾ। ਤੁਹਾਨੂੰ ਟੀਕਾ ਲੱਗੇਗਾ, ਤੁਹਾਡੇ ਤਾਂ ਅਸਰ ਹੋਰ ਤਰੀਕੇ ਨਾਲ ਕਰੇਗਾ, ਮੈਨੂੰ ਲੱਗੇਗਾ ਜਦੋਂ ਉਹ ਮੇਰੇ ਤੇ ਹੋਰ ਤਰੀਕੇ ਨਾਲ ਕਰੇਗਾ। ਇਸੇ ਕਰਕੇ ਸਿਆਣਾ ਡਾਕਟਰ ਹਰ ਦਵਾਈ ਦੇਣ ਤੋਂ ਪਹਿਲਾਂ ਪੁੱਛਦਾ ਤੁਹਾਨੂੰ ਕਿਸੇ ਦਵਾਈ ਤੋਂ ਅਲਰਜੀ ਤਾਂ ਨਹੀਂ। ਪੁੱਛੇਗਾ ਤੁਸੀਂ ਪਹਿਲਾਂ ਕਿਹੜੀਆਂ ਦਵਾਈਆਂ ਖਾਂਦੇ ਹੋ। ਮੈਂ ਤੇ ਇੱਥੋਂ ਤੱਕ ਵੀ ਬੇਨਤੀ ਕਰਦਾ ਵੀ ਆਪਾਂ ਮੱਥਾ ਟੇਕਦੇ ਹਾਂ, ਤੁਹਾਡਾ ਤੇ ਮੇਰਾ ਮੱਥਾ ਟੇਕਣਾ ਇੱਕ ਵਰਗਾ ਨਹੀਂ ਹੈ, ਫਰਸ਼ ਇੱਕ ਵਰਗਾ ਹੈ। ਮੈਂ ਤੁਹਾਡੀ ਰੀਸ ਕਰਕੇ ਉਵੇਂ ਮੱਥਾ ਥੱਲੇ ਲਾ ਸਕਦਾ, ਹੱਥ ਲਾ ਸਕਦਾ, ਪਰ ਭਾਵਨਾ ਕਿੱਥੋਂ ਲੈ ਕੇ ਆਵਾਂਗਾ। ਤੁਹਾਡਾ ਮੇਰਾ ਜਪਜੀ ਇੱਕ ਵਰਗਾ ਨਹੀਂ ਹੋ ਸਕਦਾ, ਤੁਹਾਡੀ ਮੇਰੀ ਸੁਖਮਣੀ ਇੱਕ ਵਰਗੀ ਨਹੀਂ ਹੋ ਸਕਦੀ। ਤੁਹਾਡੀ ਸੁਖਮਣੀ ਪੜ੍ਹਨ ਦੀ ਅਵਸਥਾ ਕੁਝ ਹੋਰ ਹੋਏਗੀ, ਮੇਰੀ ਕੁਝ ਹੋਰ ਹੋਏਗੀ। ਤੁਹਾਡਾ ਮਨ ਹੋ ਸਕਦਾ ਇੱਥੇ ਹੋਵੇ, ਮੇਰਾ ਮਨ ਹੋ ਸਕਦਾ ਕਿਤੇ ਜਾ ਕੇ ਘੋੜਿਆਂ ਦਾ ਵਪਾਰ ਕਰਦਾ ਹੋਵੇ, ਕਿਤੇ ਘਰ 'ਚ ਘੋੜੀ ਸੂਈ ਹੋਵੇ ਤਾਂ ਉਹਦੇ ਵਿਸ਼ੇਰੇ 'ਚ ਹੋਵੇ ਵੀ ਕਿਤੇ ਖੂਹ 'ਚ ਹੀ ਨਾ ਡਿੱਗ ਪਵੇ। ਫਿਰ ਸਾਰਿਆਂ ਦੀ ਇਬਾਦਤ ਇੱਕ ਵਰਗੀ ਕਿਵੇਂ ਹੋ ਸਕਦੀ? ਇੱਕ ਵਰਗੀ ਭਗਤੀ ਤੁਹਾਡੀ ਮੇਰੀ ਕਿਵੇਂ ਹੋ ਸਕਦੀ? ਤੁਹਾਡਾ ਮੇਰਾ ਕੀਰਤਨ ਇੱਕ ਵਰਗਾ ਕਿਵੇਂ ਹੋ ਸਕਦਾ? ਜਦੋਂ ਇੱਕ ਆਦਮੀ ਗੱਲ ਸੁਣਾਉਂਦਾ ਕਿ ਸਾਰਿਆਂ ਦੀ ਗੱਲ ਸਮਝ ਵਿੱਚ ਬਰਾਬਰ ਆਉਂਦੀ ਹੈ? ਨਾ, ਹਰ ਗੱਲ ਦੇ ਸੁਣਨ ਦਾ ਆਪਣਾ ਆਪਣਾ ਤਰੀਕਾ ਹੈ, ਆਪਣਾ ਆਪਣਾ ਉਹਨੂੰ ਸਮਝਣ ਦਾ ਤਰੀਕਾ ਹੈ ਬੰਦਿਆਂ ਦਾ। ਉੱਥੇ ਇੱਕ ਰਿਸ਼ੀ ਆਉਂਦਾ ਹੈ, ਉਹਦਾ ਨਾਂ ਹੈ ਕਲਿਆਣ। ਉਹਨੇ ਪੁੱਛਿਆ, ਕਹਿਣ ਲੱਗਾ ਜੀ ਤੁਸੀਂ ਕੌਣ ਹੋ? ਗੁਰੂ ਨਾਨਕ ਸਾਹਿਬ ਨੂੰ। ਕਿੱਥੋਂ ਆਏ ਹੋ? ਕਹਿੰਦਾ ਮੈਨੂੰ ਇੱਥੇ ਸਦੀਆਂ ਹੋ ਗਈਆਂ ਨੇ। ਸਦੀਆਂ ਦਾ ਭਾਵ ਕਈ 100 ਸਾਲ ਹੋ ਗਏ ਨੇ, ਪਰ ਮੈਂ ਇੱਥੇ ਕਦੇ ਇਸ ਤਰ੍ਹਾਂ ਦਾ ਕੋਈ ਅਜਨਬੀ ਬੰਦਾ ਬਾਹਰ ਦਾ ਵੇਖਿਆ ਹੀ ਨਹੀਂ। ਤੁਹਾਡਾ ਨਾਂ ਕੀ ਹੈ?
सतगुरु कहन लगे मेरा नाम नानक निरंकारी है। कहन लगा जी मैं एक गल कहां, जे तुसी नानक निरंकारी हो तो मेरी तुहानू नमस्कार है। हुण सतगुरां ने सवाल किया, कहन लगे तू साडे बारे किवें जानदा है? कहन लगा जी ये गल मैनू मेरे गुरु ने दसी है। गुरु कौन है? ਉਹਦਾ नाम है सीला सैन। कहता जी एक दिन गुरु सीला सैन ने यह गल आखी सी कि इस कलयुग के पखंड नूं निवारण वास्ते एक रब्बी अवतार आएगा, ਉਹਦਾ नाम नानक होएगा। ये रात की कथा है, यूट्यूब ते हैगी है, फेसबुक ते हैगी, सुन लेना। हुण कथा पढ़ी दी है पहला, फिर आके सुनाई दी है, फिर जदों सुनाई दी है, क्योंकि गल मैं सुनी सी कि बंदा पढ़ के टीचर नहीं बनता, जदों बच्चों को पढ़ाउंदा तो उदों फिर हौली हौली वो पढ़ाउंदा पढ़ाउंदा खुद पढ़ता है। इन्नी कथा उत्थे पढ़ के समझ नहीं आती, जदों इत्थे आके व्याख्या करी दी उदों ज़्यादा समझ आती है। राती फिर ये गल समझ आई भी गुरु नानक साहब धरती ते पखंड मटाउण आए सी, साडे छोटे छोटे काम धंधे कर नहीं सी आए। असीं ते गुरु नूं बड़ा छोटा जिहा बना के दुनिया दे विच पेश कर दिता है भी किसी दा अद्धा सिर दुखदा होवे ते तुसीं बगला साहब चले जाओ जी, किसी दी मझ दीयां कट्टियां मर जांदियां होण ते तुसीं उत्थे जाके जी मत्था टेको जी। ये बड़ियां छोटियां गल्लां ने। अज जिहड़ा शब्द असी विचारना है, ये 12वां महीना है फलगुण। नानकशाही कैलेंडर के मुताबक जिवें ईसवी कैलेंडर का 12वां महीना दसंबर हुंदा है, इहदा फलगुण है। पर 12 महाबाणी के 14 शब्द ने, एक पहला एक बाद विच। जिहड़ा बाद वाला शब्द है वो है कि जिन जिन नाम ते आया तिनके काज सरे। हुण काज की व्याख्या तो है नहीं भी वो किहड़ा काम है, तुहाडा हर काम सवरेगा। देखो जो मैनू भी अपनी जिंदगी बतीत करदिया गल समझ आई है, मैं कदे नहीं वेख्या कि कदे एक माड़ी न्यूज़ आई होवे। जदों न्यूज़ माड़ी आउंदी है, एक नहीं आउंदी, कई आउंदियां ने। जदों गुड न्यूज़ आउंदी, चंगी न्यूज़ आउंदी है, चंगी खबर आउंदी, एक नहीं आउंदी, कई आउंदियां ने। फिर एक गल समझ आ गई जिंदगी विच कि जदों समा ठीक हुंदा है तो उदों सारे काम अपने आप सिद्धे हो जाते हैं। जदों समा माड़ा हुंदा है अपने आप काम विगड़ने, रुकने, बिखरने शुरू हो जाते हैं। फिर चंगा ते माड़ा समा ये कौन लैके आउंदा है? कौन लैके आ सकता है? जिदन भगत धरू की कथा हुई इत्थे, भगत धरू की मां ने, उहदा नाम सुनीति सी। सुनीति ने एक गल बच्चे नूं कही कि पुत्र दुख ते सुख तैनूं कोई नहीं दे सकता, मत ये धारणा कर लवीं भी वो मैनूं सुख देवेगा तो वो मैनूं दुख दे देवेगा ना। सुख ते दुख तेरे भाग ने, तेरे कर्म ने, ते कर्म जेड़े ने ये परमात्मा तो बिना कोई नहीं लिख सकता। अगर माँ प्यो लिख सकता हुंदा, राजे महाराजे लिख सकते हुंदे, तो घट्टो घट्ट उन्हां दे अपने परिवारां दे विच ते सुखी होने चाहिए सी, दुख तो होने नहीं सी चाहिए। इनू कहते हैं अध्यात्मकता। आप एवं एक दूजे नाल वैर बनी रखते हैं। कईयां नूं ते मेरे वर्गियां नूं यही हुंदा भी नहीं ये मेरा नुकसान करेगा,
कुछ भी नहीं कर सकता तेरा जिदन कुछ करना है तेरे रब ने करना है, तो रब नूं करन वास्ते बंदा भेजण की लोड़ नहीं है। लत्त तोड़नी है ना, वो तो बाथरूम 'च सुट के तोड़ देगा। बंदे नूं डांग दे के घल्लण की रब नूं की लोड़ है? रब ने तेरे दंद तोड़ने ने ना, तोड़ देगा। उन्होंने किसी बंदे नूं तेरे मूँह ते घसुन मारन वास्ते भेजण की लोड़ नहीं है। अपने आप तुसी हैरान होवोगे कि बंदा बैठा है, उठाया पैर घूम गया, पूछा की होया, कहते लत्त टुट गई। रब नूं दुख देण वास्ते दुश्मन घल्लण की लोड़ नहीं, सुख देण वास्ते कोई दोस्तां मित्रां दे काफले घल्लण की लोड़ नहीं है। जदों ने साडे विच दुख पैदा करना है, दुख शरीर दे विचों ही पैदा हो जाने ने, बाहरों थोड़ा आउंदे ने। खसम वसार किए रस भोग, तां तन उठ खलोए रोग, शरीर चो रोग पैदा होंदे ने। गुरु नानक साहब का यह कहना मरदानिया, जे इत्थे ना खाण वाले होण ते रब ने फल पैदा कद नहीं करने सी? जे पैदा कीते ने दा अर्थ है कोई ना कोई खाण वाला जरूर होएगा। भगत धरू दी मां कहती है, पुत्र दुख ते सुख तैनू कोई नहीं दे सकता। कल्याण ऋषि कहता है, कहता जी एक गल मेरे गुरु सीला सैन ने कही है कि कलयुग दे पखंडां नू निवारण लई एक अवतारी पुरख आएगा, उहदा नाम नानक होएगा। गुरु नानक साहब सानू कर्म कांडां पखंडां चों कढण आए सी, और उन्होंने पूरे वैद सन 239 साल लाए। मैं फिर बेनती करा, गुरु नानक साहब का सब तो वड्डा परोपकार की है, जिहड़ा सानू गुरु अंगद साहब दे लड़ लाया है। जे गुरु अंगद साहब की योग्यता पूरी ना हुंदी, ये सिख धर्म चलना ही नहीं सी, गुरु प्रणाली उत्थे खत्म हो जानी सी। गुरु कलगीधर पिता की सब तो वड्डी बख्श जिहड़ा सानू गुरु ग्रंथ साहब दे लड़ ला दिता, किड्डा वड्डा फैसला है। उन्होंने पता सी अगे पढ़ाई का युग आएगा। अज तुसी वेख लो, दुनिया ते राज जिहड़ा है वो शब्द का राज है। वो लोग जिहड़े कहंदे ने जी एक ग्रंथ गुरु किवें हो सकता है, भी जी ग्रंथ गुरु नहीं हो सकता तो एक मुल्क की संविधान की किताब मुल्क किवें चला सकती है? कि हिंदुस्तान को राष्ट्रपति चलाउंदा है? ना, वो किताब चलाउंदी जिहदे नाल राष्ट्रपति 5 साल वास्ते अपॉइंट हुंदा है, जिहदे नाल एक प्रधानमंत्री 5 साल वास्ते उत्थे स्थापित हुंदा है। और एक टाइम ऐसा आउंदा है, वो ट्रंप कहंदा सी ना मैं नहीं जांदा, गया कि नहीं गया? किन्ने कढ़िया? अमेरिका के संविधान ने कढ़िया, किसी राष्ट्रपति ने नहीं कढ़िया। जे दुनिया दीयां किताबां दुनिया के उत्ते राज कर सकदियां ने ते इत्ते धर्म की किताब है। मतलब असीं उड़े ऊठ नूं वड्डा समझ लिया, कक्के कबूतर नूं सब कुछ मान के बह गए, ये एप्पल नूं सारा कुछ मान लिया। तो जे उड़े ओंकार की गल आई तो असीं कमले रमले हो गए। सतगुरु ने सानू बाणी नाल जोड़िया, ते बाणी विच वो हर
ਸਤਿਗੁਰੂ ਜੀ ਨੇ ਢੰਗ ਵਰਤਿਆ ਕਿ ਸਾਨੂੰ ਧਰਮ ਕਿਵੇਂ ਦ੍ਰਿੜ ਹੋਵੇ, ਦਿਨਾਂ ਦੇ ਰਾਹੀਂ ਹੋਵੇ, ਮਹੀਨਿਆਂ ਦੇ ਰਾਹੀਂ ਹੋਵੇ, ਕਿਵੇਂ ਕਰੀਏ। ਅੱਜ ਜਿਹੜਾ ਮੁੱਖ ਵਾਕ ਸਵੇਰੇ ਆਇਆ ਹੈ, ਸਿਮਰਤ ਵੇਦ ਪੁਰਾਣ ਪੁਕਾਰਨ ਪੋਥੀਆਂ, ਨਾਮ ਬਿਨਾ ਸਭ ਕੂੜ ਗਾਲੀ ਹੋਸ਼ੀਆਂ, ਜਿੱਥੇ ਇਹ ਸ਼ਬਦ ਖਤਮ ਹੁੰਦਾ ਹੈ ਉੱਥੇ ਅੱਗੇ 3 ਸ਼ਬਦ ਨੇ, ਕੁਚੱਜੀ, ਸੁਚੱਜੀ, ਗੁਣਵੰਤੀ। ਇੱਥੇ ਘੋੜੀਆਂ ਵੀ ਨੇ, ਇੱਥੇ ਅਲਾਣੀਆਂ ਵੀ ਨੇ। ਸੱਚੇ ਪਾਤਸ਼ਾਹ ਨੇ ਹਰ ਪ੍ਰਕਾਰ ਬਾਣੀ ਦੇ ਰਾਹੀਂ ਸਾਡਾ ਮਾਰਗ ਦਰਸ਼ਨ ਕੀਤਾ ਹੈ। 12 ਮਾਹਾਂ ਦੇ ਵਿੱਚ ਇੱਕ ਯਾਤਰਾ ਸਤਿਗੁਰੂ ਨੇ ਸਾਡੀ ਸੰਪੂਰਨ ਕੀਤੀ ਹੈ। ਪਰ ਇਹ ਯਾਤਰਾ ਤੁਹਾਡੀ ਮੇਰੀ ਨਹੀਂ ਹੈ। ਇਹ ਯਾਤਰਾ ਉਸ ਜਗਿਆਸੂ ਦੀ ਹੈ ਜਿਹਨੇ ਇਹ ਪੰਕਤੀ ਪਹਿਲੀ ਪੜ੍ਹੀ ਹੋਈ ਹੈ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। ਇਹ ਪਹਿਲੀ ਪੰਕਤੀ ਹੈ 12 ਮਾਹਾਂ ਦੀ। 4 ਕੁੰਟ ਦੈ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। 4 ਕੁੰਟਾਂ ਦੇ ਵਿੱਚੋਂ 10 ਦਿਸ਼ਾਵਾਂ ਦੇ ਵਿੱਚੋਂ, ਹੁਣ ਤੁਸੀਂ ਕਹੋਗੇ ਜੀ ਦਿਸ਼ਾਵਾਂ ਤੇ 10 ਹੁੰਦੀਆਂ ਹੀ ਨਹੀਂ। ਇੱਕ ਪੂਰਬ ਹੁੰਦਾ, ਇੱਕ ਪੱਛਮ ਹੁੰਦਾ, ਇੱਕ ਉੱਤਰ ਹੁੰਦਾ, ਇੱਕ ਦੱਖਣ ਹੁੰਦਾ, ਇੱਕ ਈਸਟ ਹੁੰਦਾ, ਇੱਕ ਵੈਸਟ ਹੁੰਦਾ, ਇੱਕ ਨਾਰਥ ਹੁੰਦਾ, ਇੱਕ ਸਾਊਥ ਹੁੰਦਾ। ਨਹੀਂ, ਇਹਨਾਂ ਚਾਰਾਂ ਦੇ ਵਿਚਕਾਰ ਵੀ 4 ਬਣਦੀਆਂ ਨੇ। ਜਿਹੜੀਆਂ ਇਹਦੀਆਂ 4 ਨੁਕਰਾਂ ਬਣ ਗਈਆਂ ਨਾ, 4 ਉਹ ਨੇ ਤੇ 4 ਇਹ ਨੇ, 8। ਤੇ 2 ਕਿਹੜੀਆਂ ਨੇ? ਇੱਕ ਥੱਲੇ ਵਾਲੀ, ਇੱਕ ਉੱਪਰ ਵਾਲੀ। ਧਰਤੀ ਵੀ ਇੱਕ ਦਿਸ਼ਾ ਹੈ, ਆਕਾਸ਼ ਵੀ ਇੱਕ ਦਿਸ਼ਾ ਹੈ। ਜੇ ਬੰਦਾ ਸੱਜੇ ਖੱਬੇ ਨਹੀਂ ਜਾਂਦਾ ਤੇ ਜ਼ਮੀਨ ਵਿੱਚ ਵੀ ਗਰਕ ਹੋ ਸਕਦਾ, ਆਕਾਸ਼ ਵਿੱਚ ਵੀ ਉੱਡ ਸਕਦਾ ਹੈ। ਇਹ ਉਹਦੀ ਯਾਤਰਾ ਪੂਰੀ ਹੈ ਜਿਹਨੇ ਹੱਥ ਜੋੜੇ ਸਨ ਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ। 4 ਕੁੰਟ ਦਹਿ ਦਿਸ਼ ਭ੍ਰਮੇ ਥਕ ਆਏ ਪ੍ਰਭ ਕੀ ਸ਼ਾਮ। ਤੇ ਸਤਿਗੁਰਾਂ ਨੇ ਕਿਹਾ ਫਿਰ ਚੱਲ ਸ਼ੁਰੂ ਕਰ। ਚੇਤ ਗੋਵਿੰਦ ਅਰਾਧੀ ਹੈ ਹੋਵੇ ਆਨੰਦ ਘਣਾ। ਚੱਲ ਪਰਮੇਸ਼ਰ ਦਾ ਸਿਮਰਨ ਕਰ। ਵਾਹਿਗੁਰੂ ਜੀ ਕਿਵੇਂ ਕਰਾਂ? ਸਤਿਗੁਰੂ ਪਿਤਾ ਮਹਾਰਾਜ ਕਹਿੰਦੇ ਨੇ ਸੰਤ ਜਨਾ ਮਿਲ ਪਾਈ ਹੈ ਰਸਨਾ ਨਾਮ ਭਣਾ। ਇਹ ਕੋਈ ਔਖਾ ਕੰਮ ਹੈ? ਰੱਬ ਦੇ ਪਿਆਰੇ ਲੱਭ ਤੇ ਉਹਨਾਂ ਦੇ ਨਾਲ ਬੈਠ ਕੇ ਤੂੰ ਵੀ ਸਿਮਰਿਆ ਕਰ। ਕੀ ਆਪ ਜੀ ਨੂੰ ਪਤਾ ਹੈ ਕਿ ਸਾਡੇ ਵਿੱਚ ਕੋਈ ਕਿਸੇ ਨੂੰ ਨਾਮ ਦੇ ਨਹੀਂ ਸਕਦਾ। ਆਪਾਂ ਇਕੱਠੇ ਬਹਿ ਕੇ ਨਾਮ ਜਪ ਸਕਦੇ ਹਾਂ। ਪਰ ਆਪਾਂ ਇੱਕ ਦੂਜੇ ਨੂੰ ਨਾਮ ਨਹੀਂ ਦੇ ਸਕਦੇ। ਆਪਾਂ ਇਕੱਠੇ ਬਹਿ ਕੇ ਨਾਮ ਸਿਮਰ ਸਕਦੇ ਹਾਂ। ਔਰ ਸੰਤ ਦੀ ਵਡਿਆਈ ਇਹੋ ਹੈ ਕਿ ਸੰਤ ਜਪਾਵੇ ਨਾਮ। ਸੰਤ ਨਾਮ ਦਿੰਦਾ ਨਹੀਂ ਹੈ, ਜਪਾਉਂਦਾ ਹੈ। ਉਹ ਜਪਣ ਦੀ ਜੁਗਤੀ ਦੱਸ ਦਿੰਦਾ ਵੀ ਭਾਈ ਮੈਂ ਜਪਿਆ, ਤੁਸੀਂ ਵੀ ਇੱਦਾਂ ਜਪ ਲਓ। ਹੁਣ ਉਹ ਜਿਹੜੀ ਯਾਤਰਾ ਸ਼ੁਰੂ ਹੋਈ ਸੀ 12 ਮਹੀਨੇ ਹੋ ਗਏ। ਹੁਣ ਸਤਿਗੁਰੂ ਕਹਿੰਦੇ ਨੇ ਫਲਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟੇ ਆਏ। ਫਲਗੁਣ ਦਾ ਮਹੀਨਾ ਆ ਗਿਆ, ਆਨੰਦ ਪੈਦਾ ਹੋ ਗਿਆ, ਹਰੀ ਸੱਜਣ ਪ੍ਰਗਟ ਹੋ ਗਿਆ। ਫਲਗੁਣ ਮਹੀਨੇ ਦਾ ਨਾਂ ਹੈ। ਆਨੰਦ ਉਪਾਰਜਣਾ, ਉਪਾਰਜਣੇ ਤੋਂ ਭਾਵੇਂ ਪੈਦਾ ਹੋਣਾ। ਕੀ ਆਨੰਦ? ਕਿਵੇਂ? ਕਹਿੰਦੇ ਹਰੀ ਸੱਜਣ ਪ੍ਰਗਟੇ ਆਏ। ਜਿਹੜਾ ਰੱਬ ਮਿੱਤਰ ਹੈ, ਇਹ ਚੇਤਾ ਰੱਖਣਾ, ਮਿੱਤਰ ਤੁਹਾਡਾ ਦੁਨੀਆ ਵਿੱਚ ਇੱਕੋ ਹੀ ਹੈ, ਸੱਜਣ ਸੱਚਾ ਪਾਤਸ਼ਾਹ। ਬਾਕੀ ਸਭ ਖਾਊ ਯਾਰ ਨੇ। ਇਹ ਦੁਨੀਆ ਕੇ ਜਿਹੜੇ ਦੋਸਤ ਮਿੱਤਰ ਨੇ, ਇਹ ਦੁਨੀਆ ਕੇ ਕੁਟੰਬ ਜੋ ਮਿੱਤਰ ਭਾਈ ਦੀਸੇ ਮਨ ਮੇਰੇ ਤੇ ਸਭ ਆਪਣੇ
ਸਵਾਏ ਮਲਾਸਾ, ਇਹਨਾਂ ਦਾ ਕੋਈ ਨਾ ਕੋਈ ਤੁਹਾਡੇ ਨਾਲ ਮਤਲਬ ਹੈ, ਤਾਂ ਆਪਾਂ ਇਕੱਠੇ ਹੋਏ ਫਿਰਦੇ ਹਾਂ। ਇਹ ਗੁਰਬਾਣੀ ਦੀ ਪੰਕਤੀ ਹੈ। ਇਹ ਸੰਸਾਰੇ ਕੇ ਕੁਟੰਬ ਜੋ ਮਿੱਤਰ ਭਾਈ ਦੀਸੈ ਮਨ ਮੇਰੇ, ਤੇ ਸਭ ਆਪਣੇ ਸਵਾਏ ਮਿਲਾਸਾ, ਜਿਤ ਦਿਨ ਉਨਕਾ ਸਵਾਓ ਹੋਏ ਨਾ ਆਵੈ, ਤਿਤ ਦਿਨ ਨੇੜੇ ਕੋ ਨਾ ਟੁਕਾਸਾ। ਹੁਣ ਮਾਂ ਮਰੇ 40-45 ਸਾਲ ਦੀ ਉਮਰ ਵਿੱਚ ਬੱਚੇ ਬੇਹੋਸ਼ ਹੁੰਦੇ ਨੇ, ਤੇ ਮਾਂ ਮਰੇ ਜਾ ਕੇ 90-95 ਸਾਲ ਦੀ ਉਮਰ ਵਿੱਚ, ਬਾਪ ਮਰੇ 99-100 ਸਾਲ ਦੀ ਉਮਰ ਵਿੱਚ। ਮੈਂ ਤਾਂ ਕਈ ਵਾਰੀ ਤੁਹਾਡੇ ਨਾਲ ਜ਼ਿਕਰ ਕੀਤੀ ਵੀ ਸੀਸਗੰਜ ਸਾਹਿਬ ਮੇਰੀ ਸੇਵਾ ਸੀ। ਮੈਨੂੰ ਪਤਾ ਲੱਗਾ ਇੱਕ ਪਾਠੀ ਸਿੰਘ ਦੇ ਮਾਤਾ ਜੀ ਚੜ੍ਹਾਈ ਕਰ ਗਏ ਨੇ। ਅਚਾਨਕ ਮੈਸੇਜ ਆਇਆ, ਉਹ ਚਲਾ ਗਿਆ। ਜਦੋਂ ਵਾਪਸ ਆਇਆ ਮਹੀਨੇ ਕੁ ਬਾਅਦ, ਮੈਂ ਉਹਨੂੰ ਮਿਲਿਆ। ਸ੍ਰਿਸ਼ਟਾਚਾਰ ਹੈ ਸਾਡਾ, ਇੱਕ ਬੜਾ ਅਮੀਰ ਪੰਜਾਬੀ ਭਾਈਚਾਰਾ, ਸਾਡਾ ਕਲਚਰ ਹੈ, ਸਾਡੀ ਸੰਸਕ੍ਰਿਤੀ ਹੈ। ਮੈਂ ਕਿਹਾ ਵੀਰੇ, ਮੈਂ ਸੁਣਿਆ ਵੀ ਤੁਹਾਡੇ ਮਾਤਾ ਜੀ ਚੜ੍ਹਾਈ ਕਰ ਗਏ, ਉਦੋਂ ਤੂੰ ਅਚਾਨਕ ਜਲਦੀ ਚਲਾ ਗਿਆ, ਵੀ ਬੜਾ ਦੁੱਖ ਹੋਇਆ। ਕਹਿੰਦਾ ਜੀ ਮੰਜੇ ਤੇ ਪਈ ਸੀ। ਮੈਂ ਕਿਹਾ ਫਿਰ ਮੈਂ ਕੀ ਤੈਨੂੰ ਵਧਾਈ ਦੇਵਾਂ, ਫਿਰ ਵੀ ਜੇ ਤੂੰ ਰੋਟੀਆਂ ਪਕਾਉਂਦੀ ਹੁੰਦੀ ਫਿਰ ਤੇ ਦੁੱਖ ਹੈ, ਹੁਣ ਤੇ ਮੰਜੇ ਤੇ ਪਈ ਸੀ, ਵੀ ਸ਼ੁਕਰ ਹੈ ਫਿਰ ਲੈ ਗਿਆ ਰੱਬ। ਆਹ ਹਾਲਤ ਹੈ ਬੰਦੇ ਦੀ। 40-45 ਸਾਲ ਦੀ ਮਾਂ ਮਰੇ ਤੇ ਨਿਆਣੇ ਬੇਹੋਸ਼ ਹੁੰਦੇ ਨੇ। ਮਰੇ ਕਿਤੇ 80-85 ਸਾਲ ਦੀ, ਕਹਿੰਦੇ ਖੇੜਾ ਛੁੱਟਿਆ। ਮਤਲਬ ਮੈਂ ਰੋਣ ਵਾਲਾ ਮੂੰਹ ਬਣਾ ਰਿਹਾ, ਉਹਨੂੰ ਐ ਸੀ ਵੀ ਚਲੋ ਕੋਈ ਗੱਲ ਨਹੀਂ, ਹੋਰ ਸੁਣਾਓ ਭਾਈ ਸਾਹਿਬ। ਮੈਂ ਕਿਹਾ ਜਾ ਕੰਮ ਕਰ ਯਾਰ ਜਾ ਕੇ। ਮੇਰੇ ਆਪਣੇ ਮਾਤਾ ਜੀ ਜਦੋਂ ਚੜ੍ਹਾਈ ਕੀਤੇ, ਮੇਰਾ ਹੀ ਕੁਲੀਕ ਹੈਡ ਗ੍ਰੰਥੀ ਹੈ, ਬੜਾ ਜ਼ਿੰਮੇਵਾਰ ਬੰਦਾ ਹੈ। ਫੋਨ ਕੀਤਾ, ਭਾਈ ਸਾਹਿਬ ਫਤਿਹ ਬੁਲਾਈ। ਮੈਂ ਇਹ ਤਾਂ ਨਹੀਂ ਕਹਾਂਗਾ ਬੜਾ ਦੁੱਖ ਹੋਇਆ ਤੁਹਾਡੇ ਮਾਤਾ ਜੀ ਚੜ੍ਹਾਈ ਕੀਤੇ। ਮੈਂ ਕਿਹਾ ਫਿਰ ਵਧਾਈ ਦੇਣ ਲਈ ਫੋਨ ਕੀਤਾ ਹੀ, ਬੰਦ ਕਰ ਦੇ। ਮੈਂ ਕਿਹਾ ਮੇਰੀ ਮਾਂ ਮਰੀ ਹੈ। ਮੈਂ ਆਪ ਜੀ ਨੂੰ ਬੇਨਤੀ ਕਰਾਂ, 80 ਸਾਲਾਂ ਦੀ ਮਾਂ 40-45 ਸਾਲ ਤੋਂ ਵੀ ਮਹਿੰਗੀ ਜੇ ਹੈਗੀ ਜੇ ਤੇ ਘਰੋਂ ਚੁੱਕ ਲਿਆਓ, ਇੱਥੇ ਲਿਆ ਕੇ ਸਾਹਮਣੇ ਗੋਲਕ ਦੇ ਕੋਲ ਖੜੀ ਕਰ ਦਿਓ। ਨਹੀਂ ਖੜੀ ਹੁੰਦੀ ਤੇ ਬਿਠਾ ਦਿਓ, ਤੇ ਉਹਨੂੰ ਸੰਭਾਲਣ ਦੇ ਬਹਾਨੇ ਇਹ ਨਹੀਂ ਦੱਸਣਾ ਕਿ ਮਾਂ ਮੈਂ ਸੁਣਨ ਲੱਗਾ ਤੂੰ ਕੀ ਬੋਲਦੀ ਹੈ। ਉਦਾਂ ਹੀ ਉਹਨੂੰ ਗਲਵਕੜੀ ਜੀ ਪਾ ਲਓ, ਵੀ ਜਿਵੇਂ ਲੱਗੇ ਵੀ ਕਿਤੇ ਡਿੱਗ ਨਾ ਪਵੇ, ਵੀ ਉਹਨੂੰ ਵੀ ਲੱਗੇ ਵੀ ਮੈਨੂੰ ਇਹ ਸੰਭਾਲ ਰਿਹਾ ਹੈ, ਤੇ ਕੰਨ ਲਾ ਕੇ ਸੁਣਿਓ ਵੀ ਕਹਿੰਦੀ ਕੀ ਹੈ। ਪਤਾ ਕੀ ਕਵੇਗੀ? ਉਹਨੇ ਇੱਕੋ ਗੱਲ ਕਹਿਣੀ ਵੀ ਰੱਬਾ ਜੇ ਕਿਤੇ ਮੇਰੀ ਗੱਲ ਤੂੰ ਸੁਣਦਾ, ਹਾਂ ਤੇ ਬੁੱਢੀ ਮੈਂ ਸੁਣਦਾ ਤੇ ਮੇਰੀ ਕੋਈ ਵੀ ਨਹੀਂ ਹੈ, ਪਰ ਜੇ ਤੂੰ ਸੁਣਦਾ ਹੋਵੇ ਤੇ ਸਾਰੇ ਦੁਨੀਆ ਦੇ ਸੁੱਖ ਮੇਰੇ ਬੱਚਿਆਂ ਨੂੰ ਦੇ ਦੇ। ਇਹ ਜਿੰਨੀ ਵੱਡੀ ਹੈ ਨਾ, ਇਹ ਉਨੀ ਹੋਰ ਮਹਿੰਗੀ ਹੈ। ਪਰ ਬੰਦੇ ਦਾ ਕਰੋਗੇ ਕੀ ਤੁਸੀਂ? ਬੰਦਾ ਇੰਨਾ ਸਵਾਰਥੀ ਹੈ। ਸਤਿਗੁਰੂ ਦੀ ਬਾਣੀ ਸਮਝਾਉਂਦੀ ਹੈ ਕਿ ਭਾਈ ਇਹ ਜਿਹੜੇ ਸੰਸਾਰ ਦੇ ਕੁਟੰਬ ਦੇ ਲੋਕ ਨੇ ਨਾ, ਇਹ ਤਾਂ ਆਪਣੇ ਸਵਾਰਥ ਨਾਲ ਜੁੜੇ ਹੋਏ ਨੇ। ਚਲੋ ਇਹਨੂੰ ਛੱਡੋ, ਤੁਸੀਂ ਜਿਹੜਾ ਤੁਹਾਡਾ ਬਹੁਤ ਨਜ਼ਦੀਕੀ ਮਿੱਤਰ ਹੈ, ਪਤਾ ਨਹੀਂ ਉਹਨੂੰ ਅੰਗਰੇਜ਼ੀ 'ਚ ਫਾਸਟ ਫਰੈਂਡ ਕਹਿੰਦੇ ਨੇ, ਤੁਸੀਂ ਉਹਨੂੰ ਕਿਸੇ ਕੰਮ ਤੋਂ ਜਵਾਬ ਦੇ ਕੇ ਵੇਖਿਓ ਜੇ, ਫਿਰ ਤੁਹਾਨੂੰ ਪਤਾ ਲੱਗੇਗਾ ਵੀ ਕਿੰਨਾ ਕੁ ਫਾਸਟ ਹੈ। ਫਿਰ ਉਹ ਫਾਸਟ ਇੱਧਰ ਨੂੰ ਨਹੀਂ ਹੋਏਗਾ, ਦੂਜੇ ਬੰਨੇ ਫਾਸਟ ਹੋ ਜਾਏਗਾ। ਹੋ ਗਿਆ ਹੋ ਗਿਆ ਹੋ ਗਿਆ। ਮੈਂ ਤਾਂ ਫਾਸਟ ਦੇ ਅਰਥ ਉਹੀ ਸੁਣੇ ਨੇ ਵੀ ਜਿਹੜਾ ਤੇਜ਼ ਹੋਵੇ ਬਸ ਤੇਜ਼ ਹੋ ਜਾਏਗਾ, ਉਧਰ ਨੂੰ ਜਾਏਗਾ ਦੂਜੇ ਪਾਸੇ ਨੂੰ, ਮੁੜ ਕੇ ਨਹੀਂ ਆਉਂਦਾ। ਹਰ ਸੱਜਣ ਪ੍ਰਗਟੇ ਆਏ ਅੱਜ, ਜਿਹਨੇ ਯਾਤਰਾ ਸ਼ੁਰੂ ਕੀਤੀ ਸੀ ਪਿਛਲੇ ਸਾਲ, ਇਹ ਉਹਦੀ ਅਵਸਥਾ ਹੈ ਕਿ ਉਹਦੇ ਜੀਵਨ ਵਿੱਚ ਹਰੀ ਸੱਜਣ ਪ੍ਰਗਟ ਹੋ ਗਿਆ, ਤੇ ਪੱਲੇ ਬੰਨ ਲੈਣਾ ਕਿ ਸੱਜਣ ਸੱਚਾ ਪਾਤਸ਼ਾਹ। ਪਾਤਸ਼ਾਹ ਤੋਂ ਬਿਨਾ ਕੋਈ ਸੱਜਣ ਨਹੀਂ ਹੈ।
मत इस भुलेखे विच पैना कि दुनिया विच सज्जण हुंदे ने सारे सज्जण ठग वर्गे ही हुंदे ने। बहुत करोड़ां च कोई एक होएगा जिहड़ा गुरु नानक साहब के बचना मुताबक होएगा कि सज्जण सेई नाल मैं चलदियां नाल चलान, ते जिथे लेखा मंगी है तिथे खड़े दिसन। जे डॉक्टर कवे भी ब्लड की लोड़ है तो कवे डॉक्टर साहब मेरा कढो। जे डॉक्टर कवे भी पैसे चाहिए ने तो अगे चैक रखे भी आ भरो, साइन मैं करदा। बहुत घट मिलणगे तुहानूं, होणगे धरती ते। इतनी भी कुछ चंगियां चीज़ां को धरती तो मुक जांदियां ने, जदों मुक जाणगियां फिर धरती भी मुक जाएगी। हरि सज्जन प्रगट हो गया है, संत सहाई राम के कर किरपा दिया बलाए। मदद किन्ने कीती है? रब दे प्यारियां ने, संत जना ने। सेज सुहावी सरब सुख हुण दुखा ना ही जाए। सेज सोहनी हो गई है, सब सुख हो गए ने। हुण दुखां वास्ते जाए दा अर्थ इत्थे जान तो नहीं है, इत्थे जाए दा अर्थ है थां। जिथे हरी सज्जन प्रगट हो जाए उत्थे दुखां लई थां ही नहीं बचदी। कोई चीज़ रखनी होवे, कोई चीज़ ने किते बहना होवे तो उन्होंने थां ते चाहिदी है ना। जे कोई अपने घर आवे तो आप कहिए बह जा तो कहूगा कमरा तो पहला भरिया, मैं कित्थे बह जा। जे आप कहिए भी चीज़ उत्थे रख दे, वो जाएगा स्टोर चो, कहूगा जी उत्थे पहले ही भरिया पे, उत्थे मैं की रख दियां। दुख नूं थां ही नहीं मिलेगी। जिदन हरी सज्जन प्रगट होएगा, इछ पुन्नी वड भागणी वर पाया हर राय। वो वड्डे भागां वाले दी इच्छा पूरी हो गई। वो जीव आत्मा, वो जग्यासू भैन जां वो जग्यासू जिहड़ा हथ जोड़दा सी 12 महीने पहला कि किरत कर्म के विछड़े कर किरपा मेलो राम। चार कुंट दै दिश भ्रमे थक आए प्रभ की शाम। तेण दुध ते बाहरी किते न आवे काम। जल बिन शाख कुमलावती उपजै नाही दाम। हर नाहा ना मिलीए साजन है कत पाईए बिशरा। अज की होया? इछ पुन्नी वड भागणी वर पाया हर राय। मिल सहियां मंगल गावही गीत गोविंद अलाए। हुण जिहड़ियां सहेलियां ने, जिहड़े तुहाडे ज्ञान इंदरे ने, जिहड़े तुहाडे नाल रोज़ गल्लां करदे ने, जिहड़े तुहाडे 24 घंटे दे तुहाडे साथी ने। हुण अखां रब नूं वेखदियां ने, कन रब नूं सुणदे ने, जबान रब नूं गाउंदी है, मन जिहड़ा है वो महसूस करदा है। कई वार तुसीं कहना ना मैनूं गुरुद्वारे जाके बड़ा चंगा लगा। वो की है? वो फीलिंग, वो एहसास, वो तुहाडे अंदर दे हिरदे ने, तुहाडे मन ने कबूल किया अज उस। ये सखियां ने तुहाडियां। आपां गए दरबार साहब, दर्शन किए, मन की अवस्था ही इदां दी बन गई, अखां चों जल वह तुरिया। ये अखां तुहाडियां सहेलियां ने, सखियां ने तुहाडियां। ठीक है, माड़े पासे भी लैके जांदियां ने, पर चंगे पासे भी यही लैके जांदियां ने। हर जिहा अवर ना दिसई कोई दूजा लवे ना लाए। हुण समझ आ गई, रब वर्गा दूजा रब है ही नहीं। किसी नूं नेड़े लाउण दी लोड़ की है? असीं नेड़े की लाउणा, असीं ते आप भटकदे फिरदे दूजिਆਂ कोल जाके। रब वर्गा दूजा रब कोई नहीं, हरी सज्जन वर्गा दूजा सज्जन कोई नहीं है। रब वर्गा दूजा रब कोई नहीं, सज्जन वर्गा दूजा सज्जन कोई नहीं है।
परमात्मा मित्र है, इस मित्र वर्गा कोई दूसरा होर मित्र नहीं है, कोई दूजी थां ही नहीं है, कोई ਉਹਦੇ वर्गा है ही नहीं है भाई। हलत पलत सवारे उन नेचर दित्तियां न जाए, मेरा लोक भी सवार दिता है उन्हें, परलोक भी सवार दिता है उन्हें। उन्हें मैनू नेचल जाए थां दे दी। नेचल वो थां जिहड़ी कदे हिलनी नहीं, अगे पिछे होनी नहीं, पक्की थां दे दी भी तू इत्थे बैठ। नेचल दित्तियां न जाए, संसार सागर ते रखिया न बहुत ना जन्मे ताए। इस संसार समुद्र तो ही बचा लिया। संसार की है? संसार समुद्र है, तार गोबिंद है। बचा लिया उन्हें, वही बचा सकता है। समुद्र तो कौन बचा सकता है जी? बहुत ना जन्मे ताए, कदे मुड़ के जन्मां जन्मांतरां दी दौड़ विच नहीं पैना पवेगा। 84 लख जूना दे गेड़ नहीं भोगने पैणगे। जेवा एक अनेक गुण तरे नानक चरणी पाए। जीवा एक सी, रब दे गुण बहुते सन। जे आपां कहीए ना भी रब दे गुण गा के ਉਹਦੇ घर विच थां मिल सकती है, नहीं। तरे नानक चरणी पाए, ਉਹਦੇ पैर फड़ के मिल सकती है, गुण गा के नहीं मिल सकती। क्योंकि जेवा एक, करो कृपा, जेवा एक कवन गुण कही है, बेशुमार बेअंत स्वामी तेरो अंत न किन्ही ही लई है। हुण कईयां ने यह भी भुलेखा भी मैं इन्नियां माला फेरांगा, मैं इन्ने, कईयां ने तो उंगलां ते कैलकूलेटर चाढ़े हुए ने। कला गुण गा के भी गल नहीं बननी। गुण गाउंदियां गाउंदियां तुहानूं समझ आ जाएगी कि जे मैं असंख भी कहांगा, असंख कहें अगे की है, सिर पार होए। जिवें जिवें समझ आउंदी जाएगी तिवें तिवें एक गल पता लगती जाएगी, वो बेअंत है, तू बेअंत। परमात्मा तेरा तो किसी ने अंत ही नहीं पाया, तो मैं मूर्ख ही कहांगा। मैं जो कुछ भी कहांगा थोड़ा कहांगा, घट कहांगा, तेनू घटा के कहांगा। इस करके तरे नानक चरणी पाए। फल गुण नित सलाही है, जिसनों तिल ना तमाए। ये महीना उस परमात्मा नू सिमरन का महीना है जिन्हों एक तिल मात्र भी लालच नहीं। बड़ियां रियोड़ियां खादियां, बड़ी गच्चक खादी आपां, ਉਹਦੇ ਉੱਤੇ ने छोटे छोटे दाने लगे हुए सी। अजकल उन्होंने तिल कहते ने, अनाज का दाना है तिल। बड़े गुणकारी ने तिल, पर ਉਹਦੀ एक तशबीह दी सतगुरां ने। उस तिल दे छोटे जे दाने जिन्ना भी रब नूं लालच नहीं जे तुहाडे कोलों। मत सोचना रब तुहाडे पैसों का भुखा है, ना। गोबिंद भाओ भगत दा भुखा। कंचन स्यों पाइए नहीं तोल, मन दे राम लिया है मोल। जे तुसी सोना देने हो, ये तुहाडा अपने सोने नूं सफला करन दा एक तरीका है भी रब ने मैनू इन्ना सोना दिता है, मैं कन्ना च भी पा लिया, मैं गल च भी पा लिया, मैं हत्थां पैरां च भी पा लिया, कि ये थोड़ा जिहा सोना मेरा सफला हो सकता है कि मैं किते गुरुद्वारे विच भी दे दिया। तुहाडे घर बोरियां दियां बोरियां कणक दियां आईयां, तुसी सोचा भी एक कणक मेरी सफली हो सकती है कि ये मैं गुरुद्वारे दी जा सकती है, कोई आटा पसा के उत्थे रोटी पक सकती है कोई। ये माया नूं सफल करन दे तरीके ने। जे आपां कहिए भी रब नूं पाउण दा तरीका ये है, नहीं, फिर ये नहीं हैगा। ये तो उहदे दित्ते चों दे रहे हो तुसी। इसे करके कदे सुने तुसी धर्म दे विच भी करजा चुक के दान करना चाहिए?
मैं नहीं पढ़िया अजे तक भी करजा चुको तो दान करो तो रब खुश होएगा ना। वो कहता दसवंध दे दे मैनू, 100 है तो 10 रुपये दे दे, 1000 है तो 100 दे दे, लाख है तो 10,000 दे दे। पर बैंक तो करजा लैके तू मैनू दे दे, मैं तो नहीं सुनिया अज तक भी कदे धर्म दे विच भी कोई उपदेश आया होवे। रब नूं तां कोई लालच ही नहीं है। तो अज तो बाद एक फैसला कर लो भी सिफत ओदी करनी है जिन्हों लालच कोई नहीं है। तो जो लभण जाओगे तो सिर्फ एक रब बचेगा, बाकी कोई बंदा नहीं जे बचेगा। सब नूं तुहाडे तो कोई ना कोई लालच होएगा। जिन जिन नाम ध्याया तिन के कारज सरे, जिन्हां ने परमात्मा दा नाम सिमरिया उन्हां दे कारज सिद्ध हो गए। हर गुर पूरा आराध्या दरगह सच खरे, जिन्हां ने पूरे गुरु की आराधना की वो रब दे दरगाह विच सुरखरू हो गए। सर्ब सुखा निध चरण हर भौजल बिखम तरे, सारे सुखां दा खजाना परमात्मा दे चरण ने। जे भाई प्रभु दे चरनां नाल जुड़ जाओगे तो जिहड़ा भौजल बिखम है संसार ये भी पार कर जाओगे। प्रेम भगत तिन पाईया बिख्या नाहे जरे, जिन्हां नूं परमात्मा दी प्रेमा भगती मिली है वो कदे विषय विकारां विच सड़े नहीं। कूड़ गए दुबदा नसी पूर्ण सच भरे, उन्हां दा झूठ चला गया, उन्हां दे जीवन विच सच भर गया। पार ब्रह्म प्रभ सेवदे मन अंदर एक धरे, वो प्रभु परमात्मा नूं अपने मन हिरदे विच वसा के सिमरदे ने। महादिवस मूरत भले जिसको नदर करे, ये महीने ये दिन ये साल ये वक्त उन्हां लई मुबारक ने जिन्हां ते रब दी नदर है, उहदी खुशी है, जिन्हां ते रब दी मेहरबानी है। नानक मंगै दर्श दान किरपा करो हरे। मैं नानक गुरु अर्जन साहब महाराज कहंदे ने परमात्मा तेरे दर्शनां दी मंग करदा, तू मेरे ते दया कर। इन्ने शब्द प्रवान करना जी। भुल्लां बख्शो। फतेह बुलाओ। वाहिगुरु जी का खालसा वाहिगुरु जी